आरडीएफ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ। ਦਿਹਾਤੀ ਵਿਕਾਸ ਸੋਧ ਆਰਡੀਨੈਂਸ ਨੂੰ ਦਿੱਤੀ ਮਨਜ਼ੂਰੀ। ਹੁਣ ਸਿਰਫ ਪਿੰਡੂ ਵਿਕਾਸ ਲਈ ਇਸਤੇਮਾਲ ਹੋਏਗਾ ਆਰਡੀਐਫ ਦਾ ਪੈਸਾ। ਪੰਜਾਬ 'ਚ ਮੁੜ ਸ਼ੁਰੂ ਹੋਈ ਕਣਕ ਦੀ ਖਰੀਦ। ਪੰਜਾਬ ਸਰਕਾਰ ਨਾਲ ਖਰੀਦ ਏਜੰਸੀਆਂ ਦੀ ਮੀਟਿੰਗ 'ਚ ਬਣੀ ਸਹਿਮਤੀ। ਐਫਸੀਆਈ ਦੇ ਨਿਯਮਾਂ 'ਚ ਢਿੱਲ ਦੀ ਮੰਗ ਨੂੰ ਲੈ ਕੇ ਰੋਕੀ ਗਈ ਸੀ ਖਰੀਦ। ਫਰੀਦਕੋਟ ਬੱਸ ਅੱਡੇ ਤੇ ਪੀਆਰਟੀਸੀ ਤੇ ਪ੍ਰਾਈਵੇਟ ਬੱਸ ਮਾਲਕਾਂ ਵਿਚਾਲੇ ਤਕਰਾਰ। ਟਾਈਮ ਟੇਬਲ ਨੂੰ ਲੈ ਕੇ ਹੋਇਆ ਵਿਵਾਦ। ਪੀਆਰਟੀਸੀ ਮੁਲਾਜ਼ਮ ਬੋਲੇ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਅਜੇ ਵੀ ਚੱਲਦਾ ਹੈ ਧੱਕਾ। ਪ੍ਰਧਾਨ ਬਣਨ ਤੋਂ ਬਾਅਦ ਚੰਡੀਗੜ੍ਹ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ। ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨਾਲ ਘਰ ਘਰ ਜਾ ਕੇ ਕੀਤੀ ਮੁਲਾਕਾਤ। ਹੁਣ ਤੱਕ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਸਣੇ ਕਈ ਸੀਨੀਅਰ ਆਗੂਆਂ ਨੂੰ ਮਿਲੇ। 2 ਦਿਨਾਂ ਦੇ ਅੰਮ੍ਰਿਤਸਰ ਦੌਰੇ ਤੇ ਚੀਫ ਜਸਟਿਸ ਆਫ ਇੰਡੀਆ ਐਨਵੀ ਰਮन्ना ਜਲਿਆਂਵਾਲਾ ਬਾਗ 'ਚ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ। ਸ਼੍ਰੀ ਦਰਬਾਰ ਸਾਹਿਬ ਵੀ ਹੋਏ ਨਤਮਸਤਕ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਫਰਕ ਤਾਂ ਪੈਂਦਾ ਹੈ ਦੀ ਖਾਸ ਪੇਸ਼ਕਸ਼ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਤੇ ਸ਼ੁਰੂਆਤ ਕਰਾਂਗੇ ਕਣਕ ਦੀ ਖਰੀਦ ਦੀ ਖਬਰ ਤੋਂ। ਪੰਜਾਬ ਦੀਆਂ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਰੋਕ ਦਿੱਤੀ ਗਈ ਸੀ। ਉਸ ਤੋਂ ਬਾਅਦ ਸਰਕਾਰ ਨਾਲ ਬੈਠਕ ਹੋਈ ਤੇ ਬੈਠਕ ਦੇ ਵਿੱਚ ਸਹਿਮਤੀ ਬਣ ਗਈ। ਮੰਗਲਵਾਰ ਨੂੰ ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਕਣਕ ਖਰੀਦਣ ਤੋਂ ਮਨਾ ਕਰ ਦਿੱਤਾ ਸੀ, ਪਰ ਬੁੱਧਵਾਰ ਨੂੰ ਮੀਟਿੰਗ ਹੋਈ। ਖਰੀਦ ਏਜੰਸੀਆਂ ਦੀ ਸਰਕਾਰ ਦੇ ਨਾਲ 2 ਮੀਟਿੰਗਾਂ ਹੋਈਆਂ ਤੇ ਬੈਠਕ 'ਚ ਕਣਕ ਦੀ ਖਰੀਦ ਨੂੰ ਲੈ ਕੇ ਸਹਿਮਤੀ ਬਣ ਗਈ, ਜਿਸ ਤੋਂ ਬਾਅਦ ਕਣਕ ਦੀ ਖਰੀਦ ਸ਼ੁਰੂ ਹੋ ਗਈ। ਕੈਬਨਿਟ ਮੰਤਰੀ ਨੇ ਕਿਹਾ ਕਿ ਗਰਮੀ ਕਾਰਨ ਦਾਣਾ ਕਮਜ਼ੋਰ ਹੋਇਆ, ਜਿਸ ਕਰਕੇ ਖਰੀਦ ਏਜੰਸੀਆਂ ਨੇ ਮਨਾ ਕਰ ਦਿੱਤਾ ਸੀ ਤੇ ਖਰਾਬਾ 6% ਤੋਂ 20% ਕਰਨ ਦੀ ਮੰਗ ਕੀਤੀ ਸੀ। ਇਸ ਕਰਕੇ ਅਸੀਂ ਇਹਦੇ ਸੰਦਰਭ ਦੇ ਵਿੱਚ ਕੇਂਦਰ ਦੀ ਜਿਹੜੇ ਸਾਡੇ ਸੈਕਟਰੀ ਨੇ ਕੈਬਨਿਟ ਦੇ ਖੇਤੀਬਾੜੀ ਵਿਭਾਗ ਦੇ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ। ਕੇਂਦਰ ਨੇ ਸਾਡੀ ਉਸ ਭਾਵਨਾ ਨੂੰ ਕੰਸੀਡਰ ਕਰਦੇ ਹਾਂ 5 ਟੀਮਾਂ ਜਿਹੜੀਆਂ ਨੇ ਉਹ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਰਹੀਆਂ ਨੇ। ਮੰਡੀਆਂ 'ਚ ਖਰੀਦ ਤਾਂ ਸ਼ੁਰੂ ਹੋ ਗਈ, ਪਰ ਮੌਸਮ ਦੀ ਗਰਮੀ ਵਾਂਗ ਕਣਕ ਦੀ ਖਰੀਦ 'ਚ ਗਰਮੀ ਨਹੀਂ ਦਿਖ ਰਹੀ। ਮੌਸਮ ਕਾਰਨ ਪਸੀਨੇ ਦੇ ਨਾਲ-ਨਾਲ ਕਿਸਾਨਾਂ ਦੇ ਮੱਥੇ ਤੇ ਪਰੇਸ਼ਾਨੀ ਦਾ ਪਸੀਨਾ ਵੀ ਨਜ਼ਰ ਆ ਰਿਹਾ ਹੈ। ਤਾਂ ਕੇਂਦਰ ਦੀਆਂ ਟੀਮਾਂ ਨੇ ਹਲੇ ਆਪਣਾ ਫੀਡਬੈਕ ਦੇਣਾ ਹੈ, ਪਰ ਖਰੀਦ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਸ਼ੁਰੂ ਹੋ ਜਾਏਗੀ ਕਿਉਂਕਿ ਪੰਜਾਬ ਦੀਆਂ ਏਜੰਸੀਆਂ ਦੀ ਸਰਕਾਰ ਨਾਲ ਸਹਿਮਤੀ ਬਣ ਗਈ। ਉਧਰ ਪੰਜਾਬ ਕੈਬਨਿਟ ਦੀ ਅੱਜ ਇੱਕ ਅਹਿਮ ਬੈਠਕ ਹੋਈ ਔਰ ਇਸ ਬੈਠਕ ਦੇ ਵਿੱਚ ਪੇਂਡੂ ਵਿਕਾਸ ਫੰਡ ਨੂੰ ਲੈ ਕੇ ਤੇ ਨਵੀਆਂ ਅਸਾਮੀਆਂ ਨੂੰ ਲੈ ਕੇ ਅਹਿਮ ਫੈਸਲੇ ਲਏ। ਮਾਨ ਕੈਬਨਿਟ ਦੀ ਮੀਟਿੰਗ ਹੋਈ, ਜਿਸ 'ਚ ਕਈ ਅਹਿਮ ਫੈਸਲੇ ਲਏ ਗਏ, ਜਿਨ੍ਹਾਂ 'ਚ ਆਰਡੀਐਫ ਫੰਡ ਨੂੰ ਲੈ ਕੇ ਇੱਕ ਫੈਸਲਾ ਲਿਆ ਗਿਆ। ਮਾਨ ਕੈਬਨਿਟ ਵੱਲੋਂ ਦਿਹਾਤੀ ਵਿਕਾਸ ਸੋਧ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਗਈ। ਹੁਣ ਆਰਡੀਐਫ ਸਿਰਫ ਪਿੰਡੂ ਵਿਕਾਸ ਲਈ ਇਸਤੇਮਾਲ ਹੋਏਗਾ, ਜਿਸ ਨਾਲ ਪਿੰਡੂ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਏਗਾ ਅਤੇ ਨਾਲ ਹੀ ਜਲ ਤੇ ਸੈਨੀਟੇਸ਼ਨ ਵਿਭਾਗ 'ਚ ਵੀ 145 ਨਵੀਆਂ ਅਸਾਮੀਆਂ ਨੂੰ ਅੱਜ ਕੈਬਨਿਟ ਨੇ ਮਨਜ਼ੂਰੀ ਦਿੱਤੀ। ਆਮ ਆਦਮੀ ਪਾਰਟੀ ਨੇ ਫੈਸਲਿਆਂ ਤੋਂ ਬਾਅਦ ਪਿਛਲੀਆਂ ਸਰਕਾਰਾਂ ਤੇ ਪੈਸੇ ਦੀ ਦੁਰਵਰਤੋਂ ਦੇ ਇਲਜ਼ਾਮ ਵੀ ਲਾਏ। ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦਾ ਮੰਡੀ ਬੋਰਡ ਦਾ ਖਾਸ ਕਰਕੇ ਰੂਰਲ ਡਿਵੈਲਪਮੈਂਟ ਦਾ ਫੰਡ ਦਾ ਪੈਸਾ ਸੀ ਜਿਹੜਾ ਉਹ ਮਿਸਯੂਜ਼ ਕਰਦੀਆਂ ਰਹੀਆਂ। ਕੈਬਨਿਟ ਨੇ ਫੈਸਲਾ ਕੀਤਾ ਗਿਆ ਕਿ ਜਿਹੜੀ ਪਾਬੰਦੀ ਲਾਈ ਗਈ ਸੀ ਜਾਂ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਗਵਰਨਮੈਂਟ ਆਫ ਇੰਡੀਆ ਨੇ ਮੰਗੀ ਗਈ ਸੀਗੀ ਉਹ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਭੇਜਾਂਗੇ। ਦੱਸ ਦਈਏ ਕਿ ਕੇਂਦਰ ਨੇ ਆਰਡੀਐਫ ਦੇ 1987 ਦੇ ਐਕਟ 'ਚ ਸੋਧ ਦੀ ਸ਼ਰਤ ਰੱਖ ਕੇ ਪੰਜਾਬ ਦਾ 1100 ਕਰੋੜ ਰੁਪਇਆ ਰੋਕਿਆ ਹੋਇਆ ਹੈ। ਤੇ ਆਰਡੀਐਫ ਯਾਨੀ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਜਿਹੜਾ ਹੈ ਉਹ ਹੋਰ ਕੰਮਾਂ ਲਈ ਵਰਤਿਆ ਜਾਂਦਾ ਸੀ ਜਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਦੇ ਲਈ ਵਰਤਿਆ ਜਾਂਦਾ ਸੀ। ਉਸ ਤੇ ਕੇਂਦਰ ਨੇ ਇਤਰਾਜ਼ ਜਤਾਇਆ ਤੇ ਪੰਜਾਬ ਦਾ ਪੈਸਾ ਰੋਕ ਲਿਆ। ਸੋ ਇਸ ਕਰਕੇ ਆਰਡੀਐਫ 'ਚ ਸੋਧ ਕਰਨ ਦਾ ਜ਼ਿਕਰ ਆਇਆ। ਹੁਣ ਗੱਲ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸੁਨੀਲ ਜਾਖੜ ਦੇ ਬਿਆਨ ਤੇ ਪਹਿਲਾਂ ਆਪਣਿਆਂ ਨੇ ਉਹਨਾਂ ਨੂੰ ਘੇਰਾ ਪਾਇਆ ਤੇ ਹੁਣ ਕੌਮੀ ਐਸਸੀ ਕਮਿਸ਼ਨ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਦੇ ਲਈ ਕਹਿ ਕੇ 15 ਦਿਨਾਂ 'ਚ ਰਿਪੋਰਟ ਮੰਗ ਲਈ ਹੈ। ਪਹਿਲਾਂ ਆਪਣਿਆਂ ਵੱਲੋਂ ਨੋਟਿਸ ਤੇ ਹੁਣ ਕੌਮੀ ਐਸਸੀ ਕਮਿਸ਼ਨ ਦਾ ਨੋਟਿਸ। ਕਾਰਵਾਈ ਪਹਿਲਾਂ ਹਾਈ ਕਮਾਨ ਦੀ ਤੇ ਹੁਣ ਐਸਸੀ ਕਮਿਸ਼ਨ ਦੀ। ਜੀ ਹਾਂ, ਆਪਣੇ ਬੋਲਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਸੁਨੀਲ ਜਾਖੜ ਨੂੰ ਪਹਿਲਾਂ ਆਪਣਿਆਂ ਨੇ ਕੋਸਿਆ ਤੇ ਦਲਿਤਾਂ ਤੇ ਇਤਰਾਜ਼ਯੋਗ ਟਿੱਪਣੀ ਦੇ ਇਲਜ਼ਾਮ 'ਚ ਹੁਣ ਕੌਮੀ ਐਸਸੀ ਕਮਿਸ਼ਨ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਜਾਖੜ ਖਿਲਾਫ ਜਾਂਚ ਦੇ ਹੁਕਮ ਦਿੱਤੇ ਨੇ। ਸੁਨੀਲ ਜਾਖੜ ਜੀ ਨੇ ਜੋ ਚਰਨਜੀਤ ਸਿੰਘ ਚੰਨੀ ਦੇ ਬਾਰੇ ਕਿਹਾ, ਮੈਂ
ਐਸੀ ਸਮਾਜ ਨਾਲ ਦਲਿਤ ਮੋਰਚਾ ਨਾਲ ਸੰਬੰਧ ਰੱਖਦਾ ਹਾਂ, ਠੀਕ ਹੈ ਜੀ। ਉਹਦੇ ਤੋਂ ਮੇਰੀ ਭਾਵਨਾ ਨੂੰ ਠੇਸ ਪਹੁੰਚੀ ਹੈ ਕਿ ਮੈਂ ਐਸਸੀ ਕਮਿਸ਼ਨ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀਗੀ, ਜਿਸ 'ਤੇ ਉਹਨਾਂ ਨੇ ਇਹਨਾਂ ਦੇ ਪਰਚਾ ਦਰਜ ਕਰਨ ਦੀ ਕਿਹਾ ਹੈਗਾ। ਜਲੰਧਰ ਪੁਲਿਸ ਕਮਿਸ਼ਨਰ ਨੂੰ 15 ਦਿਨਾਂ ਦੇ ਅੰਦਰ ਇਸ ਬਾਬਤ ਜਾਣਕਾਰੀ ਕੌਮੀ ਐਸਸੀ ਕਮਿਸ਼ਨ ਨੂੰ ਦੇਣੀ ਹੋਏਗੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਜੇ ਪੁਲਿਸ ਨੇ ਮਾਮਲਾ ਦਰਜ ਨਾ ਕੀਤਾ ਤਾਂ ਉਹ ਕੋਰਟ ਦਾ ਰੁਖ ਕਰਨਗੇ। ਤਾਂ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਆਪਣਿਆਂ ਤੋਂ ਬਾਅਦ ਕੌਮੀ ਕਮਿਸ਼ਨ ਨੇ ਹੁਣ ਜਿਹੜੀ ਜਾਂਚ ਕਰਨ ਦੇ ਲਈ ਕਿਹਾ ਔਰ 15 ਦਿਨਾਂ ਦੇ ਵਿੱਚ ਰਿਪੋਰਟ ਮੰਗੀ ਹੈ। ਗੱਲ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਦੀ ਵੀ ਕਰ ਲੈਂਦੇ ਆ। ਰਾਜਾ ਵੜਿੰਗ ਚੰਡੀਗੜ੍ਹ ਪਹੁੰਚੇ ਨੇ ਪ੍ਰਧਾਨ ਬਣਨ ਤੋਂ ਬਾਅਦ ਔਰ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਮੁਲਾਕਾਤਾਂ ਰਾਜਾ ਵੜਿੰਗ ਵੱਲੋਂ ਆਰੰਭ ਦਿੱਤੀਆਂ ਗਈਆਂ। ਕਾਂਗਰਸ ਨੇ ਪੀਪੀਸੀਸੀ ਪ੍ਰਧਾਨ ਦੀ ਜ਼ਿੰਮੇਵਾਰੀ ਨਵਜੋਤ ਸਿੱਧੂ ਤੋਂ ਬਾਅਦ ਹੁਣ ਰਾਜਾ ਵੜਿੰਗ ਨੂੰ ਦਿੱਤੀ ਹੈ ਤੇ ਰਾਜਾ ਵੜਿੰਗ ਵੀ ਐਕਟਿਵ ਦਿਖ ਰਹੇ ਨੇ। ਬੀਤੇ ਦਿਨੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਰਾਜਾ ਵੜਿੰਗ ਨੇ ਮੁਲਾਕਾਤ ਕੀਤੀ, ਜਿਨ੍ਹਾਂ 'ਚ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਸੁਖ ਸਰਕਾਰੀਆ ਤੇ ਕਾਕਾ ਰਣਦੀਪ ਨਾਭਾ ਸ਼ਾਮਿਲ ਸਨ। ਸਾਰੇ तमाम ਸੀਨੀਅਰ ਆਗੂ ਸਹਿਬਾਨ ਉਹਨਾਂ ਨੂੰ ਮਿਲ ਰਹੇ ਹਨ, ਉਹਨਾਂ ਤੋਂ ਗਾਈਡੈਂਸ ਲੈ ਰਹੇ ਹਨ ਕਿ ਕਿਵੇਂ ਅੱਗੇ ਕੰਮ ਚਲਾਉਣਾ ਹੈ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪਾਰਟੀ ਨੂੰ ਹੋਰ ਬਿਹਤਰ ਕਰਨ ਦੇ ਲਈ ਇਹ ਮੁਲਾਕਾਤਾਂ ਹੋ ਰਹੀਆਂ ਨੇ। ਕਾਂਗਰਸ ਨੂੰ ਵਾਪਸ ਉਹਨਾਂ ਉਚਾਈਆਂ ਤੇ ਲੈ ਕੇ ਜਾਣਾ, ਇਹਦੇ ਵਾਸਤੇ ਸਾਰੇ ਪਹਿਲਾਂ ਸੀਨੀਅਰਸ ਨੂੰ ਉਹਨਾਂ ਨੂੰ ਮਿਲਣਾ, ਉਹਨਾਂ ਤੋਂ ਦਿਸ਼ਾ ਨਿਰਦੇਸ਼ ਲੈਣੇ ਤੇ ਉਸ ਤੋਂ ਬਾਅਦ ਜਦੋਂ ਅਹੁਦਾ ਸੰਭਾਲਣ ਤੋਂ ਬਾਅਦ ਹਰ ਵਰਕਰ ਤਾਈਂ ਪਹੁੰਚ ਕਰਨੀ। ਕਾਂਗਰਸ ਇਸ ਵਾਰ ਮਹਿਜ 18 ਸੀਟਾਂ ਤੇ ਸਿਮਟ ਗਈ, ਸੋ ਇਸ ਤਰ੍ਹਾਂ ਮੀਟਿੰਗਾਂ ਨਾਲ ਆਗੂਆਂ ਨੂੰ ਫਰਕ ਤਾਂ ਪੈਂਦਾ ਹੈ। ਤਾਂ ਨੌਜਵਾਨ ਚਿਹਰੇ ਰਾਜਾ ਵੜਿੰਗ ਨੂੰ ਕਾਂਗਰਸ ਨੇ ਕਮਾਨ ਸੌਂਪੀ ਹੈ ਪੰਜਾਬ ਦੀ, ਜਿਸ ਤੋਂ ਬਾਅਦ ਹੁਣ ਰਾਜਾ ਵੜਿੰਗ ਸੀਨੀਅਰ ਆਗੂਆਂ ਦੇ ਤਜਰਬੇ ਦੇ ਨਾਲ ਅੱਗੇ ਵਧਣਾ ਚਾਹ ਰਹੇ ਨੇ। ਤੇ ਉਧਰ ਬੀਜੇਪੀ ਵੀ ਸਰਗਰਮ ਹੋ ਗਈ ਹੈ। ਬੀਜੇਪੀ ਵੱਲੋਂ ਇੱਕ ਵਫਦ ਆਪਣਾ 20 ਅਪ੍ਰੈਲ ਨੂੰ ਪੰਜਾਬ ਬੀਜੇਪੀ ਵੱਲੋਂ ਇੱਕ ਵਫਦ 20 ਅਪ੍ਰੈਲ ਨੂੰ ਦਿੱਲੀ ਭੇਜਿਆ ਜਾ ਰਿਹਾ ਔਰ ਇਹ ਵਫਦ ਕੇਂਦਰੀ ਖੇਤੀਬਾੜੀ ਮੰਤਰੀ ਤੇ ਨੀਤੀ ਆਯੋਗ ਦੇ ਨਾਲ ਮੁਲਾਕਾਤ ਕਰੇਗਾ। ਪੰਜਾਬ ਬੀਜੇਪੀ ਸਰਗਰਮ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ 20 ਅਪ੍ਰੈਲ ਨੂੰ ਭਾਜਪਾ ਦਾ ਵਫਦ ਦਿੱਲੀ ਜਾ ਰਿਹਾ ਹੈ। ਇਸ ਮੁਲਾਕਾਤ 'ਚ ਖੇਤੀਬਾੜੀ ਮੰਤਰੀ ਤੋਮਰ ਤੇ ਨੀਤੀ ਆਯੋਗ ਨਾਲ ਮੁਲਾਕਾਤ ਕੀਤੀ ਜਾਏਗੀ। ਕੇਂਦਰ ਦੇ ਨੀਤੀ ਆਯੋਗ ਨਾਲ 20 ਤਰੀਕ ਨੂੰ ਮਿਲ ਰਹੇ ਹਾਂ ਔਰ ਐਗਰੀਕਲਚਰ ਮਿਨਿਸਟਰ ਭਾਰਤ ਸਰਕਾਰ ਸ਼੍ਰੀ ਨਰਿੰਦਰ ਸਿੰਘ ਤੋਮਰ ਜੀ ਆਪਣੇ ਸੁਝਾਅ ਦੇਣਗੇ, ਕਿਉਂਕਿ ਪੰਜਾਬ ਸਰਕਾਰ ਕੁਝ ਵੀ ਨਹੀਂ ਕਰਨਾ ਚਾਹੁੰਦੀ, ਉੱਧਰ ਇਹਨਾਂ ਦਾ ਧਿਆਨ ਨਹੀਂ ਹੈ, ਨਾ ਹੀ ਪੰਜਾਬ ਦੇ ਬਾਕੀ ਪੋਲੀਟੀਸ਼ੀਅਨਾਂ ਦਾ। ਬੀਤੇ ਦਿਨੀ ਨੀਤੀ ਆਯੋਗ ਦੇ ਮੈਂਬਰ ਡਾਕਟਰ ਰਮੇਸ਼ ਚੰਦ ਨੇ ਵੀ ਖੇਤੀ ਕਾਨੂੰਨਾਂ ਦੀ ਸਿਫਤ ਕੀਤੀ ਸੀ ਤੇ ਹੁਣ ਇਸੇ ਵਿਚਾਲੇ ਪੰਜਾਬ ਭਾਜਪਾ ਦੇ ਵਫਦ ਦੀ ਨੀਤੀ ਆਯੋਗ ਨਾਲ ਮੁਲਾਕਾਤ ਨਾਲ ਫਰਕ ਤਾਂ ਪੈਂਦਾ ਹੈ। ਤਾਂ ਪੰਜਾਬ ਭਾਜਪਾ ਦਾ ਵਫਦ ਕੇਂਦਰ ਦੇ ਨਾਲ ਮੁਲਾਕਾਤ ਕਰੇਗਾ, ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕਰੇਗਾ। ਮਸਲਾ ਜਿਹੜਾ ਦੱਸਿਆ ਜਾ ਰਿਹਾ ਉਹ ਖੇਤੀਬਾੜੀ ਨੂੰ ਲੈ ਕੇ ਮੁੱਦਿਆਂ ਦਾ ਦੱਸਿਆ ਜਾ ਰਿਹਾ ਕਿ ਪੰਜਾਬ ਨਾਲ ਸੰਬੰਧਿਤ ਮੁੱਦੇ ਜਿਹੜੇ ਆ ਉਹ ਵਿਚਾਰੇ ਜਾ ਸਕਦੇ ਨੇ। ਅਗਲੀ ਖਬਰ ਡੇਰਾ ਸੱਚਾ ਸੌਦਾ ਦੇ ਨਾਲ ਜੁੜੀ ਹੈ। ਡੇਰਾ ਸੱਚਾ ਸੌਦਾ ਦੀ ਗੱਦੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਕਿ ਗੱਦੀ ਕੌਣ ਸੰਭਾਲੇਗਾ। ਹਨੀਪ੍ਰੀਤ ਦਾ ਜ਼ਿਕਰ ਪਿਛਲੇ ਦਿਨੀ ਹੋਇਆ, ਪਰ ਹਨੀਪ੍ਰੀਤ ਨੇ ਖੁਦ ਹੀ ਇੰਸਟਾਗ੍ਰਾਮ ਪੋਸਟ ਪਾ ਕੇ ਸਪਸ਼ਟ ਕਰ ਦਿੱਤਾ ਕਿ ਉਹ ਗੱਦੀ ਸੰਭਾਲਣ ਨਹੀਂ ਜਾ ਰਹੀ। ਸਿਰਸਾ ਡੇਰੇ ਦੀ ਗੱਦੀ ਤੇ ਕੌਣ ਬੈਠੇਗਾ? ਕੀ ਹਨੀਪ੍ਰੀਤ ਡੇਰੇ ਦੀ ਨਵੀਂ ਗੁਰੂ ਹੋਏਗੀ? ਕੁਝ ਅਜਿਹੇ ਹੀ ਸਵਾਲ ਸਨ ਤੇ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਹਨੀਪ੍ਰੀਤ 29 ਅਪ੍ਰੈਲ ਨੂੰ ਗੱਦੀ ਤੇ ਬੈਠੇਗੀ, ਪਰ ਉਹਨਾਂ ਸਾਰੀਆਂ ਅਫਵਾਹਾਂ ਤੇ ਰੋਕ ਲੱਗੀ ਜਦੋਂ ਹਨੀਪ੍ਰੀਤ ਦੀ ਇੱਕ ਇੰਸਟਾ ਪੋਸਟ ਸਾਹਮਣੇ ਆਈ। ਇੰਸਟਾਗ੍ਰਾਮ ਤੇ ਇੱਕ ਯੂਜ਼ਰਸ ਨੇ ਪੁੱਛਿਆ ਕਿ ਦੀਦੀ 29 ਅਪ੍ਰੈਲ ਨੂੰ ਗੁਰੂ ਗੱਦੀ ਤੇ ਬੈਠ ਰਹੇ ਹੋ? ਤਾਂ ਹਨੀਪ੍ਰੀਤ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਵੇਂ ਪਾਪਾ ਜੀ ਨੇ ਚਿੱਠੀ 'ਚ ਵੀ ਲਿਖਿਆ ਸੀ ਕਿ ਉਹੀ ਗੁਰੂ ਨੇ ਤੇ ਉਹੀ ਰਹਿਣਗੇ, ਸੋ ਗੁਰੂ ਗੱਦੀ ਤੇ ਪਾਪਾ ਜੀ ਸਨ ਤੇ ਉਹੀ ਰਹਿਣਗੇ। ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਤੀ ਹਨੀਪ੍ਰੀਤ ਦੀ ਇਸ ਪੋਸਟ ਨੇ ਸਾਰੀਆਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਹੈ, ਜਿਨ੍ਹਾਂ 'ਚ ਡੇਰੇ ਦੀ ਗੱਦੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ। ਤਾਂ ਹਨੀਪ੍ਰੀਤ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਦਾ ਡੇਰੇ ਦੀ ਗੱਦੀ ਤੇ ਬੈਠਣ ਦਾ ਕੋਈ ਉਹਨਾਂ ਦੀ ਮਨਸ਼ਾ ਨਹੀਂ ਹੈ ਔਰ ਇਹ ਜਿਹੜਾ ਅਹੁਦਾ ਹੈ ਇਹ ਗੁਰਮੀਤ ਰਾਮ ਰਹੀਮ ਦੇ ਕੋਲ ਹੀ ਰਹੇਗਾ। ਪੰਜਾਬ ਦੇ ਵਿੱਚ ਇੱਕ ਹੋਰ ਮੁੱਦਾ ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਗਰਮਾਇਆ ਉਹ ਹੈ ਨਸ਼ੇ ਦਾ। ਪਿਛਲੀਆਂ ਸਰਕਾਰਾਂ ਦੇ ਲਈ ਇਹ ਮੁੱਦਾ ਉਹਨਾਂ ਦੇ ਗਲੇ ਦੀ ਫਾਂਸ ਬਣਿਆ ਸੀ ਤੇ ਹੁਣ ਨਵੀਂ ਸਰਕਾਰ ਬੇਸ਼ੱਕ ਸੱਤਾ ਦੇ ਵਿੱਚ ਆ ਗਈ ਹੈ, ਪਰ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ।
ਮਹਿਜ਼ 8 ਸਾਲ ਦੀ ਕੁੜੀ ਤੇ 6 ਸਾਲ ਦਾ ਮੁੰਡਾ, ਦੋਵੇਂ ਬੱਚੇ ਆਪਣੇ ਪਿਓ ਦੀ ਲਾਸ਼ ਦੇ ਸਿਰਹਾਣੇ ਬੈਠ ਕੇ ਰੋ ਰਹੇ ਨੇ ਤੇ ਉਹਨਾਂ ਦੀ ਮਾਂ ਵੀ ਆਵਾਜ਼ਾਂ ਦੇ ਰਹੀ ਹੈ ਕਿ ਉੱਠ ਉੱਠ। ਪਰ ਇਹ ਨੌਜਵਾਨ ਚਿੱਟੇ ਦਾ ਟੀਕਾ ਲਾ ਕੇ ਆਰਾਮ ਦੀ ਨੀਂਦ ਸੌਂ ਗਿਆ, ਉਹ ਵੀ ਸਦਾ ਲਈ। ਤਸਵੀਰਾਂ ਭਵਾਨੀਗੜ੍ਹ ਤੋਂ ਨੇ ਜਿੱਥੇ 28 ਸਾਲਾ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਇਹੀ ਕਹਿਣਾ ਚਾਹੁੰਦੀ ਆ ਵੀ ਨਸ਼ਿਆਂ ਤੋਂ ਪੁੱਤਾਂ ਨੂੰ ਬਚਾ ਲਓ, ਐ ਰੁੜ ਜਾਂਦੀਆਂ ਨੇ ਮਾਂ ਨਾਲੇ ਬੱਚੇ। ਐ ਪਾਪੀ ਪਿੰਡ 'ਚ ਬੈਠੇ ਹੁੰਦੇ ਨੇ ਬਚੋਲੀਆਂ ਆੜਦੀਆਂ ਜਿਨ੍ਹਾਂ ਨੇ ਮੇਰਾ ਖਾਤਾ। ਮਾਪੇ ਇੱਕ ਪਾਸੇ ਜਵਾਨ ਪੁੱਤ ਦੇ ਚਲੇ ਜਾਣ ਤੋਂ ਸਦਮੇ 'ਚ ਨੇ ਤੇ ਦੂਜੇ ਪਾਸੇ ਛੋਟੇ ਛੋਟੇ ਮਾਸੂਮਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਵੀ। ਚਿੱਟਾ ਪੀਤਾ ਜੀ ਉਹਨਾਂ ਨੇ? ਕਿੰਨੀ ਕੁ ਮਾਤਰਾ ਦੇ ਪੀ ਗਿਆ? ਕਿੰਨਾ ਕੁ ਪੀ ਵੀਰ ਜੀ ਛੋਟੇ ਛੋਟੇ ਉਹਦੇ ਬੱਚੇ ਨੇ, ਇੱਕ 8 ਸਾਲ ਦੀ ਗੁੱਡੀਆ, 6 ਸਾਲ ਦਾ ਮੁੰਡਾ, ਇੱਕ ਲੜਕੀ ਹੈ। ਇਹਨਾਂ ਦਾ ਕੋਈ ਸਹਾਇਤਾ ਕਰੋ ਤੁਸੀਂ। ਚਿੱਟੇ ਨੇ ਨਾ ਜਾਣੇ ਕਿੰਨੇ ਹੀ ਘਰਾਂ 'ਚ 70 ਵਿਛਾ ਦਿੱਤੇ ਨੇ। ਚਿੱਟਾ ਲਾਉਣ ਵਾਲਿਆਂ ਨੂੰ ਇਸ ਨਾਲ ਕੋਈ ਫਰਕ ਪਵੇ ਜਾਂ ਨਾ ਪਵੇ, ਪਰ ਉਹਨਾਂ ਦੇ ਪਰਿਵਾਰਾਂ ਨੂੰ ਫਰਕ ਜ਼ਰੂਰ ਪੈਂਦਾ ਹੈ। ਤਾਂ ਜ਼ਿਕਰ ਪੰਜਾਬ ਦੇ ਹਾਲਾਤਾਂ ਦਾ ਹੋ ਰਿਹਾ ਚਿੱਟੇ ਨਾਲ। ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਿਹਾ ਹੈ। ਤਾਂ ਉਧਰ ਗੱਲ ਪੰਜਾਬ ਦੇ ਅਮਨ ਕਾਨੂੰਨ ਦੀ ਵੀ ਹੋ ਰਹੀ ਹੈ, ਅਮਨ ਕਾਨੂੰਨ ਦੀ ਸਥਿਤੀ ਦੀ ਵੀ ਹੋ ਰਹੀ ਹੈ। ਤਰਨਤਾਰਨ ਦੇ ਵਿੱਚ ਅੱਜ ਇੱਕ ਨੌਜਵਾਨ ਤੇ ਮੁੜ ਤੋਂ ਕਾਤਲਾਨਾ ਹਮਲਾ ਕੀਤਾ ਗਿਆ। ਤਸਵੀਰਾਂ ਦੇਖਣ ਯੋਗ ਵੀ ਨਹੀਂ। ਸੜਕ ਤੇ ਡੁੱਲਿਆ ਖੂਨ ਤੇ ਖੂਨ ਨਾਲ ਲੱਥਪੱਥ ਹੋਇਆ ਇਹ ਨੌਜਵਾਨ। ਬਾਂਹ ਟੁੱਟੀ, ਇੱਕ ਅੱਖ ਤੇ ਹਮਲਾ ਹੋਇਆ। ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਦਿਲਬਾਗ ਸਿੰਘ ਨਾਮ ਨੌਜਵਾਨ ਤੇ ਕਾਤਲਾਨਾ ਹਮਲਾ ਹੋਇਆ ਹੈ। ਪਰਿਵਾਰ ਮੁਤਾਬਕ ਨਸ਼ਾ ਤਸਕਰਾਂ ਨੇ ਉਹਨਾਂ ਦੇ ਮੁੰਡੇ ਤੇ ਹਮਲਾ ਕੀਤਾ ਹੈ। ਜੀ ਇਹ ਨਸ਼ਾ ਵੇਚਦੇ ਆ, ਪੁਲਿਸ ਨੇ ਫੜ ਲਏ, ਕਹਿੰਦੇ ਸਾਸੀਆਂ ਦੇ ਤੁਹਾਂ ਫੜਾਇਆ ਵਾ ਤੇ ਇਹ ਰੰਜਿਸ਼ ਰੱਖਦੇ ਇਸੇ ਗੱਲ ਦੀ। ਆਪਣਾ ਨਾਮ ਬਹੁਤ ਪੁੱਤਰੇ ਜੀ, ਬੰਦੇ ਆਪਦੇ ਉਹ ਬੰਦੇ 5-6 ਬੰਦੇ ਬਹੁਤ ਪੁੱਤਰੇ। ਇੱਕ ਪਾਸੇ ਪਰਿਵਾਰ ਬਦਮਾਸ਼ਾਂ ਨੂੰ ਨਸ਼ਾ ਤਸਕਰ ਦੱਸ ਰਿਹਾ ਜਦਕਿ ਪੁਲਿਸ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸ ਰਹੀ ਹੈ। ਜਿਹਦੇ ਸੱਟਾਂ ਲੱਗੀਆਂ ਤੇ ਦੂਜੇ ਪਾਸੇ ਜੀਤ ਸਿੰਘ, ਭਿੰਦਰ ਤੇ ਰਾਜੂ ਤਿੰਨੇ ਭਾਈ ਆ ਸਕੇ। 1.5 ਸਾਲ ਪਹਿਲਾਂ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ, ਲੱਫੜੋ ਲੱਫੜੀ ਹੋਏ ਸੀਗੇ। ਪਹਿਲਾਂ ਦੂਜੀ ਪਾਰਟੀ ਨੇ ਲੱਫੜ ਮਾਰੇ, ਫਿਰ ਉਹਨਾਂ ਦੇ ਘਰੇ ਜਾ ਕੇ ਸੱਟਾਂ ਮਾਰ ਆਏ ਸੀਗੇ। ਉਦੋਂ ਪੰਚਾਇਤ ਨੇ ਇਹਨਾਂ ਦਾ ਰਾਜੀਨਾਮਾ ਕਰਾਤਾ ਸੀ ਦੋਵਾਂ ਧਿਰਾਂ ਦਾ। ਹੁਣ ਅੱਜ ਫਿਰ ਇਹ ਜੀਤ ਸਿੰਘ ਪਾਰਟੀ ਜਿਹੜੀ ਇਹਦੇ ਸੱਟਾਂ ਮਾਰ ਕੇ ਮਾਮਲਾ ਬੰਦਾ ਅਨਫਿਟਾ ਬਸ ਜਾ ਕੇ ਕਰਦੇ ਆਉਂਦੀ ਹਸਪਤਾਲ ਲੈ ਗਏ ਆ ਬਿਆਨ ਦੀ। ਮਾਮਲਾ ਜੋ ਵੀ ਹੋਵੇ ਪਰ ਨੌਜਵਾਨ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਤੇ ਮਸਲਾ ਅਮਨ ਕਾਨੂੰਨ ਦਾ ਬੇਹੱਦ ਹੈ। ਇੱਕ ਨੌਜਵਾਨ ਤੇ ਹਮਲਾ ਹੁੰਦਾ ਹੈ ਔਰ ਇਹ ਇੱਕ ਦਿਨ ਦੀ ਗੱਲ ਨਹੀਂ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹੋ ਜਿਹੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਇੱਕ ਖਬਰ ਰੋਪੜ ਤੋਂ ਸਾਹਮਣੇ ਆਈ, ਬੜੀ ਦਿਲ ਦਹਿਲਾਉਣ ਵਾਲੀ ਸੀ। ਰੋਪੜ ਦੇ ਇੱਕ ਘਰ ਦੇ ਵਿੱਚ 3 ਲਾਸ਼ਾਂ ਮਿਲੀਆਂ ਨੇ। ਮਸਲਾ ਹਜੇ ਤੱਕ ਸੁਲਝਿਆ ਨਹੀਂ। ਪੁਲਿਸ ਕੋਸ਼ਿਸ਼ ਕਰ ਰਹੀ ਹੈ ਮਾਮਲੇ ਨੂੰ ਸੁਲਝਾਉਣ। 1 2 3 ਜੀ ਹਾਂ, 3 ਲਾਸ਼ਾਂ, ਇੱਕ ਪਤੀ, ਪਤਨੀ ਤੇ ਉਸ ਦੀ ਧੀ, ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਘਰ ਚੋਂ। ਤਸਵੀਰਾਂ ਰੋਪੜ ਦੀ ਪਾਵਰ ਕਲੋਨੀ ਦੀਆਂ ਨੇ ਜਿੱਥੇ ਕੁਆਟਰ ਨੰਬਰ 62 'ਚ ਟ੍ਰਿਪਲ ਮਰਡਰ ਹੋਇਆ। ਗੁਆਂਢੀਆਂ ਮੁਤਾਬਕ ਬੀਤੇ ਕੁਝ ਦਿਨਾਂ ਤੋਂ ਇਹ ਘਰ ਬੰਦ ਪਿਆ ਸੀ। ਮੱਖੀਆਂ ਦੀ ਬਹੁਤਾਤ ਅਤੇ ਬਦਬੂ ਕਾਰਨ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਜਿਸ ਤੋਂ ਬਾਅਦ ਲਾਸ਼ਾਂ ਮਿਲੀਆਂ ਜੋ 3 ਜਾਂ 4 ਦਿਨ ਪੁਰਾਣੀਆਂ ਲੱਗ ਰਹੀਆਂ ਸੀ। ਪਤਾ ਤਾਂ ਇਹ ਸਵੇਰੇ ਮੱਖੀਆਂ ਜੀਆਂ ਆਈਆਂ, ਗੰਦੀ ਸਮੈਲ ਆਈ, ਤਾਂ ਪਤਾ ਲੱਗਿਆ। ਤਾਂ ਮੈਂ ਪੁਲਿਸ ਨੂੰ ਇਨਫੋਰਮ ਕੀਤਾ, ਫਿਰ ਆ ਕੇ ਹੁਣ ਉਹਨਾਂ ਨੇ ਦੇਖਿਆ ਵੀ ਇਦਾਂ ਕਰਕੇ ਆ 3 ਜਿਹੜੇ ਹੈਗੇ ਮਰਡਰ ਹੋਇਆ ਹੈ। ਪਹਿਲੀ ਨਜ਼ਰ 'ਚ ਪਤੀ ਪਤਨੀ ਦਾ ਕਤਲ ਸੁੱਤੇ ਪਏ ਹੀ ਕੀਤਾ ਲੱਗ ਰਿਹਾ ਹੈ ਜਦਕਿ ਉਹਨਾਂ ਦੀ ਧੀ ਦੀ ਲਾਸ਼ ਨਾਲ ਖਿੱਚਤੂ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਬੈਂਡ ਵਾਈਫ ਤੇ ਨਾਲ ਉਹਨਾਂ ਦਾ ਇੱਕ ਬੇਟਾ ਤੇ ਬੇਟੀ ਹੈ ਤੇ ਫਿਲਹਾਲ ਜਿਹੜੀ ਆ ਸਾਨੂੰ 3 ਡੈਡ ਬੋਡੀਜ਼ ਇੱਥੇ ਘਰ ਦੇ ਵਿੱਚੋਂ ਮਿਲੀਆਂ ਨੇ। ਇੱਕ ਹਸਬੈਂਡ ਵਾਈਫ ਨੇ ਉਹ ਨੇ ਤੇ ਇੱਕ ਬੇਟੀ ਜਿਹੜੀ ਹੈਗੀ ਉਹਨਾਂ ਦੀ। ਚੌਥੇ ਦਾ ਬੇਟਾ ਹੈਗਾ ਉਹਦਾ ਹਜੇ ਪਤਾ ਨਹੀਂ ਲੱਗਿਆ ਕਿੱਥੇ ਹੈ। ਇਸ ਕਤਲ ਤੋਂ ਬਾਅਦ ਇਹਨਾਂ ਦਾ ਮੁੰਡਾ ਫਰਾਰ ਹੈ। ਫਿਲਹਾਲ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਪਰ ਸੱਚ ਸਾਹਮਣੇ ਨਹੀਂ ਆਇਆ। ਤਾਂ ਫਿਲਹਾਲ ਪੁਲਿਸ ਸੱਚ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਸਨੇ। ਸ਼ੱਕ ਘਰ ਦੇ ਪੁੱਤਰ ਤੇ ਵੀ ਹੈ ਕਿਉਂਕਿ ਪੁੱਤਰ ਵੀ ਗਾਇਬ ਹੈ ਪਰ ਹਲੇ ਤੱਕ ਪੁਲਿਸ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰ ਇਸ ਦੇ ਪਿੱਛੇ ਕਹਾਣੀ ਕੀ ਹੈ। ਉਧਰ ਨਿਊਯਾਰਕ ਦੇ ਵਿੱਚ 2 ਸਿੱਖਾਂ ਤੇ ਨਸਲੀ ਹਮਲਾ ਹੋਇਆ ਔਰ ਇਸ ਨੂੰ ਦੱਸਿਆ ਜਾ ਰਿਹਾ ਕਿ ਇਹ ਹਮਲਾ ਨਸਲੀ ਵਿਤਕਰੇ ਦੇ ਤੌਰ ਤੇ ਕੀਤਾ ਗਿਆ। ਤਸਵੀਰਾਂ ਦਿਖਾ ਰਹੇ ਹਾਂ।
ਜ਼ਮੀਨ ਤੇ ਡਿੱਗਿਆ ਨੌਜਵਾਨ ਤੇ ਕੋਲ ਖੜਾ ਬਜ਼ੁਰਗ, ਸਿਰ ਤੋਂ ਲੱਥੀਆਂ ਪੱਗਾਂ। ਤਸਵੀਰਾਂ ਨਿਊਯਾਰਕ ਦੀਆਂ ਨੇ ਜਿੱਥੇ 2 ਸਿੱਖਾਂ ਤੇ ਨਸਲੀ ਹਮਲਾ ਹੋਇਆ। ਪੀੜਿਤ ਬਜ਼ੁਰਗ ਨੇ ਦੱਸਿਆ ਕਿ ਇੱਕ ਸ਼ਖਸ ਨੇ ਪਹਿਲਾਂ ਹਮਲਾ ਕੀਤਾ ਤੇ ਫਿਰ ਮੁੜ ਤੋਂ ਆ ਕੇ ਦੁਬਾਰਾ ਹਮਲਾ ਕੀਤਾ ਗਿਆ। ਭਾਰਤ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਕਰੀਬ 10 ਕੁ ਦਿਨ ਪਹਿਲਾਂ ਵੀ ਨਿਊਯਾਰਕ 'ਚ ਇੱਕ ਬਜ਼ੁਰਗ ਤੇ ਹਮਲਾ ਹੋਇਆ ਸੀ। ਨਿਊਯਾਰਕ ਦੇ ਵਿੱਚ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅਗਲੀ ਖਬਰ ਜਲਾਲਾਬਾਦ ਤੋਂ, ਜਿੱਥੇ 5 ਥਾਣਿਆਂ ਦੀ ਪੁਲਿਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਰੇਡ ਮਾਰੀ ਤੇ ਜਦੋਂ ਪੁਲਿਸ ਨੂੰ ਉਸ ਰੇਡ ਦੌਰਾਨ ਜੋ ਸਮਾਨ ਮਿਲਿਆ, ਖਾਸ ਕਰਕੇ ਨਜਾਇਜ਼ ਸ਼ਰਾਬ ਜਿਸ ਤਰੀਕੇ ਨਾਲ ਮਿਲੀ, ਜਿਸ ਤਰੀਕੇ ਨਾਲ ਦਬਾ ਕੇ ਰੱਖੀ ਗਈ ਸੀ, ਉਸਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਲਾਇਆ। ਇਹ ਕੋਈ ਛੱਪੜ ਦੀ ਸਫਾਈ ਨਹੀਂ ਹੋ ਰਹੀ, ਇਹ ਸਗੋਂ ਉਹਨਾਂ ਗੁਨਾਹਗਾਰਾਂ ਦੇ ਕਾਰਿਆਂ ਦੀ ਸਫਾਈ ਹੋ ਰਹੀ ਹੈ ਜੋ ਨਜਾਇਜ਼ ਧੰਦੇ ਕਰਦੇ ਨੇ। ਜਲਾਲਾਬਾਦ ਦੇ ਪਿੰਡ ਮਾਲਮ 'ਚ 5 ਥਾਣਿਆਂ ਦੀ ਪੁਲਿਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਰੇਡ ਮਾਰੀ, ਜਿੱਥੇ ਉਹਨਾਂ ਨੇ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਮੁਲਜ਼ਮਾਂ ਨੇ ਢੋਲਾਂ 'ਚ ਪਾ ਕੇ ਛੱਪੜ 'ਚ ਐਲਾਨ ਸੁੱਟੀ ਹੋਈ ਸੀ। ਕੱਲ ਜੀ ਅਸੀਂ ਮਾਲਮ ਸੁਬਾਹ ਰੇਡ ਕੀਤੀ ਸੀ ਡੀਐਸਪੀ ਸੁਵੇਕ ਸਿੰਘ ਦੀ ਅਗਵਾਈ 'ਚ ਜੀ, ਤੇ ਆਪਣੇ 4 ਥਾਣਿਆਂ ਦੀ ਹੋਰ ਫੋਰਸ ਨਾਲ ਸੀ, 5ਵਾਂ ਸਾਡਾ ਥਾਣਾ ਸੀ ਜੀ, ਤੇ ਉਹਦੇ 'ਚ ਅਸੀਂ ਕੱਲ 3 FIR ਦਰਜ ਕੀਤੇ ਜੀ। ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ, ਪਰ ਮੁਲਜ਼ਮ ਬੇਖੌਫ ਨੇ ਤੇ ਜੋ ਵੀ ਇਹ ਸ਼ਰਾਬ ਪੀਣਗੇ ਉਹਨਾਂ ਦੀ ਸਿਹਤ ਤੇ ਫਰਕ ਤਾਂ ਪਏਗਾ। ਤੇ ਗਲਤ ਕੰਮ ਕਰਨ ਵਾਲੇ ਕਿਸ ਤਰੀਕੇ ਨਾਲ ਇਹਨਾਂ ਨਜਾਇਜ਼ ਧੰਦਿਆਂ ਨੂੰ ਅੰਜਾਮ ਦਿੰਦੇ ਨੇ, ਇਹ ਤੇ ਗੱਲ ਤਸਕਰੀ ਦੀ ਅਸੀਂ ਕਰ ਰਹੇ ਸੀ। ਪਰ ਲੁਧਿਆਣਾ ਤੋਂ ਇੱਕ ਤਸਵੀਰ ਦਿਖਾਉਂਦੇ ਹਾਂ। ਇੱਕ ਦਫ਼ਤਰ 'ਚ ਮਨੀ ਐਕਸਚੇਂਜ ਦਾ ਦਫ਼ਤਰ ਹੈ। ਨਕਾਬਪੋਸ਼ ਦਾਖਲ ਹੁੰਦੇ ਨੇ, ਪਿਸਤੌਲ ਦੀ ਨੋਕ ਤੇ ਲੁੱਟ ਕਰਦੇ ਨੇ ਔਰ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ। ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ। ਦੋ ਨਕਾਬਪੋਸ਼ ਬਦਮਾਸ਼, ਪਹਿਲਾਂ ਇੱਕ ਅੰਦਰ ਆਉਂਦਾ ਤੇ ਫਿਰ ਦੂਜਾ। ਇੱਕ ਨੇ ਕਾਊਂਟਰ ਤੇ ਬੈਠੇ ਨੌਜਵਾਨ ਦੇ ਸਿਰ ਤੇ ਪਿਸਤੌਲ ਲਾਇਆ ਤਾਂ ਦੂਜਾ ਬੰਦਾ ਕਾਊਂਟਰ ਦੇ ਅੰਦਰਲੇ ਪਾਸੇ ਜਾਂਦਾ ਹੈ ਤੇ ਕਾਊਂਟਰ 'ਚ ਪਏ ਹਜ਼ਾਰਾਂ ਰੁਪਏ ਕੱਢ ਲੈਂਦਾ ਹੈ। ਦੋਨੋਂ ਉੱਥੋਂ ਜਾਣ ਲੱਗਦੇ ਨੇ, ਪਰ ਜਾਣ ਤੋਂ ਪਹਿਲਾਂ ਨੌਜਵਾਨ ਦੇ ਦੋਵੇਂ ਮੋਬਾਈਲ 'ਚੋਂ SIM ਕੱਢ ਲੈਂਦੇ ਨੇ ਤੇ ਫਿਰ ਉੱਥੋਂ ਫਰਾਰ ਹੋ ਜਾਂਦੇ ਨੇ। ਉਧਰ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਅਤੇ CCTV ਖੰਗਾਲ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। CCTV ਕੈਮਰੇ ਦੇਖਦੇ ਆ ਤੇ FIR ਜਿਹੜੀ ਉਹ 34 ਨੰਬਰ ਡੇਟਡ 13/4/2022 379 B2 506 34 IPC + 2559 ਆਰਮਜੈਕ ਥਾਣਾ ਡਾਬਾ ਵਿੱਚ ਦਰਜ ਕਰ ਰਹੇ ਹਾਂ। CCTV ਕੈਮਰੇ ਦੇਖ ਰਹੇ ਹਾਂ, ਮੋਟਰਸਾਈਕਲ ਦਾ ਨੰਬਰ ਮਿਲ ਗਿਆ, ਅਸੀਂ ਜਲਦੀ ਟ੍ਰੇਸ ਕਰ ਲੈਣੇ ਆ। ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਲੁਧਿਆਣਾ 'ਚ ਅਜਿਹੀ ਵਾਰਦਾਤ ਹੋਈ ਹੋਵੇ। ਪ੍ਰਸ਼ਾਸਨ ਕਾਰਵਾਈ ਦਾ ਭਰੋਸਾ ਤਾਂ ਦਿਵਾਉਂਦਾ ਹੈ, ਪਰ ਬਦਮਾਸ਼ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਤਾਂ ਜ਼ਿਕਰ ਲਾਅ ਐਂਡ ਆਰਡਰ ਦਾ ਕਰ ਰਹੇ ਹਾਂ, ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਦਾ ਕਰ ਰਹੇ ਹਾਂ। ਕਿਤੇ ਲੁੱਟ-ਖੋਹ ਹੋ ਰਹੀ ਹੈ ਤਾਂ ਕਿਤੇ ਲੋਕ ਆਪਸ 'ਚ ਲੜ ਰਹੇ ਨੇ ਛੋਟੇ ਛੋਟੇ ਮੁੱਦਿਆਂ ਨੂੰ ਲੈ ਕੇ। ਜਲੰਧਰ ਦੇ ਭਗਵਾਨਪੁਰਾ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਜਿੱਥੇ ਮੁੱਖ ਗੇਟ ਦੀ ਉਸਾਰੀ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਖੂਬ ਜ਼ਬਰਦਸਤ ਤਕਰਾਰ ਹੋਈ ਔਰ ਲੜਾਈ ਝਗੜੇ ਤੱਕ ਗੱਲ ਪਹੁੰਚੀ। ਲੋਕਾਂ ਦੀ ਭੀੜ, ਦੋ ਧਿਰਾਂ ਆਮੋ ਸਾਹਮਣੇ ਤੇ ਕੋਲ ਖੜੀ ਪੁਲਿਸ। ਤਸਵੀਰਾਂ ਜਲੰਧਰ ਦੇ ਭਗਵਾਨਪੁਰਾ ਦੀਆਂ ਨੇ, ਜਿੱਥੇ ਪਿੰਡ ਦੇ ਮੁੱਖ ਗੇਟ ਦੀ ਉਸਾਰੀ ਨੂੰ ਲੈ ਕੇ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ। ਇੱਕ ਧਿਰ ਨੇ ਦੂਜੀ ਧਿਰ ਤੇ ਗੇਟ ਦੀ ਉਸਾਰੀ 'ਚ ਵਿਘਨ ਪਾਉਣ ਦੇ ਇਲਜ਼ਾਮ ਲਾਏ ਤਾਂ ਦੂਜੀ ਧਿਰ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਾਏ ਗਏ ਨੇ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇੱਥੇ ਕੋਈ ਕਿਸੇ ਦਾ ਵੱਖ ਗੁਰੂ ਨਹੀਂ, ਸਾਰਿਆਂ ਦੇ ਬਰਾਬਰ ਨੇ, ਇਹਨਾਂ ਨੇ ਵੀ ਬਰਾਬਰ ਸਮਝਦੇ, ਇਸ ਕਰਕੇ ਇਹਨਾਂ ਦਾ ਮਸਲਾ। ਤੇ ਅੰਮ੍ਰਿਤਸਰ 'ਚ ਵੀ ਅੱਜ ਇੱਕ ਬੜੀ ਦਰਦਨਾਕ ਤਸਵੀਰ ਨਜ਼ਰ ਆਈ। ਇੱਕ ਸੜਕ ਹਾਦਸਾ, ਇੱਕ ਸੜਕ ਤੇ ਚੱਲਦੀ ਔਰਤ ਟਰੱਕ ਥੱਲੇ ਆ ਗਈ ਔਰ ਬੁਰੇ ਤਰ੍ਹਾਂ ਨਾਲ ਕੁਚਲੀ। ਗੱਲ ਕਰਦੇ ਹਾਂ ਅੰਮ੍ਰਿਤਸਰ ਦੀ, ਜਿੱਥੇ ਸਕੂਟੀ ਤੇ ਦੋ ਜਾਣੇ ਜਾ ਰਹੇ ਸੀ ਕਿ ਇੰਨੇ ਨੂੰ ਪਿੱਛੋਂ ਬੱਸ ਆਉਂਦੀ ਹੈ ਤੇ ਟੱਕਰ ਮਾਰ ਦਿੰਦੀ ਹੈ। ਸਕੂਟੀ ਚਾਲਕ ਦੇ ਮਗਰ ਬੈਠੀ ਮਹਿਲਾ ਥੱਲੇ ਡਿੱਗ ਜਾਂਦੀ ਹੈ ਤੇ ਮਹਿਲਾ ਥੱਲੇ ਡਿੱਗ ਕੇ ਬੱਸ ਦੇ ਪਿਛਲੇ ਟਾਇਰ ਦੇ ਥੱਲੇ ਆ ਜਾਂਦੀ ਹੈ। ਬੱਸ ਦੇ ਪਿਛਲੇ ਟਾਇਰ ਥੱਲੇ ਕੁਚਲਣ ਨਾਲ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਸ਼ਖਸ ਦਾ ਬਚਾਅ ਹੋ ਗਿਆ।
ਤੇ ਸਾਡੀ ਇਸ ਖਾਸ ਪੇਸ਼ਕਸ਼ ਫਰਕ ਤਾਂ ਪੈਂਦਾ ਹੈ ਇਹਦੇ ਵਿੱਚ ਫਿਲਹਾਲ ਇੰਨਾ ਹੀ, ਕਿਉਂਕਿ ਜਿਹੜੀਆਂ ਵੀ ਖਬਰਾਂ ਅਸੀਂ ਦਰਸ਼ਕਾਂ ਨੂੰ ਦਿਖਾਉਣੇ ਹਾਂ, ਉਹਨਾਂ ਦੇ ਰੂਬਰੂ ਕਰਦੇ ਹਾਂ, ਉਹਨਾਂ ਨਾਲ ਫਰਕ ਤਾਂ ਜ਼ਰੂਰ ਪੈਂਦਾ, ਚਾਹੇ ਕਿਸੇ ਵੀ ਸੰਦਰਭ ਦੇ ਵਿੱਚ ਹੋਵੇ। ਫਿਲਹਾਲ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।